ਅਸੀਂ ਤਾਂ ਅੱਜ ਬੈਠੇ ਆ ਤੇ ਇਹ ਇੱਥੋਂ ਚਲਾ ਗਿਆ ਤਾਂ ਫਿਰ ਸਾਨੂੰ ਦੇਖੋ ਕਿੰਨੀ ਤਕਲੀਫ ਹੈ ਇਸ ਗੱਲ ਦੀ ਹੈ। ਕਿੱਥੇ ਤਾਂ ਇਹਨੂੰ ਸਾਨੂੰ ਉੱਥੇ ਇਹਨੇ ਛੱਡ ਕੇ ਆਉਣਾ ਸੀ ਸ਼ਮਸ਼ਾਨ ਘਾਟ 'ਚ, ਕਿੱਥੇ ਅਸੀਂ ਇਹਨੂੰ ਲੈ ਕੇ ਗਏ ਆ। ਉਦੋਂ ਪੁੱਛ ਕੇ ਦੇਖੇ ਵੀ ਕਿੰਨੀ ਮਾਂ ਪਿਓ ਨੂੰ ਕਿੰਨੀ ਤਕਲੀਫ ਹੈ। ਚਲੋ ਸ਼ਹਾਦਤਾਂ ਵੀ ਦਿੱਤੀਆਂ ਨੇ ਮੋਰਚੇ ਦੇ ਵਿੱਚ, ਠੀਕ ਹੈ। ਸਾਨੂੰ ਅੱਜ ਸਾਡੇ ਬੱਚੇ ਤੇ ਮਾਣ ਵੀ ਹੈ, ਚਲੋ ਉਹਦੀ ਸ਼ਹਾਦਤ ਹੋਈ ਹੈ, ਠੀਕ ਹੈ। ਸਾਨੂੰ ਮਾਣ ਵੀ ਹੈ, ਫਖਰ ਵੀ, ਪਰ ਸਰਕਾਰਾਂ ਨੂੰ ਚਾਹੀਦਾ ਸੀ ਵੀ ਇਹ ਕਾਨੂੰਨ ਬਣਾਉਂਦੇ ਹੀ ਨਾ ਤਾਂ ਦੇਸ਼ ਦੇ ਵਿੱਚ ਇੰਨਾ ਨੁਕਸਾਨ ਨਹੀਂ ਸੀ ਹੋਣਾ। ਮੈਂ ਉਹਨੂੰ ਆਖਿਆ ਮੈਂ ਤੂੰ ਕੱਲਾ ਵਗ ਜਾ ਵੀ ਟਰੈਕਟ ਤੋਂ ਕੀ ਕਰਾਉਣਾ। ਉਹ ਕਹਿੰਦਾ ਟਰੈਕਟ ਇੱਥੇ ਆਪਾਂ ਚਲਾਵਾਂਗੇ ਕਾਜ, ਕਦੋਂ ਆਪਣੇ ਕੋਲ ਬਾਣ ਹੀ ਨਾ ਰਿਹਾ। ਮੈਂ ਟਰੈਕਟ ਲੈ ਕੇ ਜਾਊਂਗਾ, ਕਹਿੰਦਾ। ਮੈਂ ਕਿਹਾ ਚੱਲ ਪੁੱਤ ਲੈ ਜਾ। ਫਿਰ ਉੱਥੋਂ 2 ਵਾਰੀ ਆ ਇਕੱਲਾ ਟ੍ਰੇਨ ਤੇ ਆ ਜਾਂਦਾ ਸੀ। ਟਰੈਕਟ ਸਾਡਾ ਉੱਥੇ ਰਿਹਾ 5 ਮਹੀਨੇ 6। ਹਾਂ ਉਸ ਤੋਂ ਬਾਅਦ ਮੁੰਡੇ ਛੱਡ ਕੇ ਗਏ ਆ। ਉਹਦੀ ਮੌਤ ਤੋਂ ਬਾਅਦ 3 ਮਹੀਨੇ ਬਾਅਦ ਟਰੈਕਟ ਸਾਡਾ। ਮੈਂ ਇਹਨੂੰ ਕਹਿ ਵੀ ਦਿੰਦੀ ਸੀ ਮੇਰਾ ਇੱਕੋ ਹੀ ਫਰਜ਼ ਰਹਿ ਗਿਆ ਹੈਪੀ, ਤੇਰਾ ਵਿਆਹ ਹੋ ਜਾਏ ਬਸ, ਹੋਰ ਮੈਨੂੰ ਕਾਸੇ ਦਾ ਨਹੀਂ। ਮੈਂ ਤਾਂ ਇਹੀ ਕਹਿੰਦੀ ਹਾਂ, ਹੇ ਪਰਮਾਤਮਾ ਕਿਸੇ ਨਾਲ ਇਹੋ ਜਿਹਾ ਕੁਛ ਤਾਂ ਜਮਾ ਵੀ ਨਾ ਕਰੀ। ਮੈਂ ਤਾਂ ਇਹੀ ਕਹਿੰਦੀ ਹਾਂ, ਹੇ ਵਾਹਿਗੁਰੂ ਤੇਰੇ ਹੱਥ 'ਚ ਹੁੰਦਾ ਸਭ ਕੁਛ। ਨਹੀਂ ਕਿਸੇ ਦਾ ਪੁੱਤ ਨਾ ਕੋਈ ਹਾਲੇ ਮਾਂ ਪਿਓ ਨੂੰ ਮਾਰਦੀ। 2 ਰੋਟੀਆਂ ਵਾਸਤੇ, ਢਿੱਡ ਪਾਲਣ ਵਾਸਤੇ ਮਿਹਨਤ ਕਰਨੀ ਪੈਂਦੀ ਨਾ, ਉਹਦਾ ਮੁੱਲ ਵੀ ਨਹੀਂ ਪੈਂਦਾ। ਫਿਰ ਹੁਣ ਕੀ ਕਹਿ ਸਕਦੇ, ਕੁਛ ਨਹੀਂ ਕਹਿ ਸਕਦੇ, ਮਜਬੂਰ ਆ ਨਾ। ਹੁਣ ਸਾਹ ਮੁੱਕਦੇ ਆ, ਜੇ ਮੁੱਕ ਜਾਣ ਫਿਰ ਵੀ ਠੀਕ ਹੈ। ਜਦੋਂ ਮਨਪ੍ਰੀਤ ਘਰੋਂ ਗਏ ਸੀਗੇ ਤਾਂ ਉਹ ਕੀ ਗੱਲਾਂ ਕਰਦੇ ਸੀ ਤੁਹਾਡੇ ਨਾਲ ਇਸ ਸੰਘਰਸ਼ ਨੂੰ ਲੈ ਕੇ? ਬਸ ਉਹ ਤਾਂ ਇਹੀ ਕਹਿੰਦਾ ਸੀ ਬੇਟਾ ਜਿੱਦੇ ਤੋਂ ਸਟਾਰਟ ਹੀ ਹੋਇਆ, ਸਮਝ ਲਓ ਸ਼ੁਰੂਆਤ ਹੋਈ ਹੈ ਅੰਦੋਲਨ ਦੀ। ਇਸ ਦੀ ਉਸ ਦਿਨ ਸਾਨੂੰ ਚਲੋ ਹੈ ਨਾ ਜਥੇਬੰਦੀਆਂ ਨੇ ਕਿਹਾ ਵੀ ਤੁਹਾਡੇ ਵੀ ਟਰੈਕਟਰ ਨੇ ਵੀ ਜਾਣਾ। ਚਲੋ ਹੁਣ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਹੈ, ਮੇਰਾ ਬੇਟਾ ਵੀ ਕਹਿੰਦਾ ਹਾਂ ਵੀ ਅੰਕਲ ਅਸੀਂ ਟਰੈਕਟਰ ਮੈਂ ਲੈ ਕੇ ਜਾਊਂਗਾ ਉਹਦਾ, ਕੋਈ ਗੱਲ ਨਹੀਂ, ਚਾਹੇ ਕਿੰਨਾ ਮਰਜ਼ੀ ਟਾਈਮ ਲੱਗੇ ਮੈਂ ਜਾਊਂਗਾ, ਠੀਕ ਹੈ। ਇਹ ਉਸੇ ਪਹਿਲੇ ਦਿਨ ਤੋਂ ਹੀ ਉਸ ਅੰਦੋਲਨ 'ਚ ਗਿਆ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਦੇਸ਼ ਭਰ ਦੇ ਵਿੱਚੋਂ ਹਜ਼ਾਰਾਂ ਕਿਸਾਨ ਅੱਜ ਤੋਂ 1 ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਪੁੱਜੇ ਸਨ। 1 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਭਾਵੇਂ ਉਹ ਮੋਰਚਾ ਫਤਿਹ ਕਰ ਚੁੱਕੇ ਨੇ, ਪਰ ਉਸ ਦੌਰਾਨ ਕਈ ਜਾਨਾਂ ਵੀ ਗਈਆਂ, ਕਈ ਸ਼ਹਾਦਤਾਂ ਹੋਈਆਂ। 700 ਤੋਂ ਵੱਧ ਸਾਡੇ ਕਿਸਾਨ ਵੀਰ ਨੇ ਜੋ ਉਸ ਮੋਰਚੇ ਦੇ ਵਿੱਚ ਸ਼ਹੀਦ ਹੋ ਗਏ। ਅੱਜ ਇੱਕ ਸ਼ਹੀਦ ਦੇ ਘਰ ਬੈਠੇ ਹੋਏ ਆ, ਇੱਕ ਜਵਾਨ ਕਿਸਾਨ ਦੇ ਘਰ ਬੈਠੇ ਹੋਏ ਆ ਜੋ ਉਸ ਮੋਰਚੇ ਦੇ ਵਿੱਚ ਜੀ ਜਾਨ ਦੀ ਬਾਜ਼ੀ ਜਿਹੜਾ ਹੈ ਲਗਾ ਕੇ ਗਏ ਸੀ। ਸ਼ਹੀਦ ਮਨਪ੍ਰੀਤ ਸਿੰਘ ਦੇ ਘਰ ਬੈਠੇ ਹੋਏ ਆ। ਬਠਿੰਡਾ ਜ਼ਿਲ੍ਹਾ ਦੇ ਮੰਡੀ ਕਲਾਂ ਪਿੰਡ ਵਿਖੇ ਇਸ ਵਕਤ ਅਸੀਂ ਮੌਜੂਦ ਆ ਤੇ ਸਾਡੇ ਨਾਲ ਮਨਪ੍ਰੀਤ ਦੇ ਮਾਤਾ ਪਿਤਾ ਹਾਜ਼ਰ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਵਾਨ ਪੁੱਤ ਦੀ ਤਸਵੀਰ ਜੋ ਹੈ ਮਾਂ-ਬਾਪ ਆਪਣੇ ਹੱਥਾਂ ਦੇ ਵਿੱਚ ਲਈ ਬੈਠੇ ਨੇ, ਔਰ ਇਹ ਜਿਹੜਾ ਨੌਜਵਾਨ ਹੈ ਇਹ ਸ਼ਹਾਦਤ ਪਾ ਚੁੱਕਾ ਹੈ ਉਸ ਮੋਰਚੇ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੋਰਚਾ ਫਤਿਹ ਕਰ ਗਏ ਆ, ਤੁਹਾਡਾ ਬੇਟਾ ਵੀ ਉਸ ਮੋਰਚੇ ਦੇ ਵਿੱਚ ਗਿਆ ਸੀ, ਅੱਜ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ? ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਸਰਕਾਰਾਂ ਨੂੰ, ਚਲੋ ਸ਼ਹਾਦਤਾਂ ਗਈਆਂ ਵੀ ਨੇ, ਅਸੀਂ ਇਹ ਕਹਿੰਦੇ ਵੀ ਚਲੋ ਸ਼ਹਾਦਤਾਂ ਵੀ ਦਿੱਤੀਆਂ ਨੇ ਮੋਰਚੇ ਦੇ ਵਿੱਚ, ਠੀਕ ਹੈ। ਸਾਨੂੰ ਅੱਜ ਸਾਡੇ ਬੱਚੇ ਤੇ ਮਾਣ ਵੀ ਹੈ, ਚਲੋ ਉਹਦੀ ਸ਼ਹਾਦਤ ਹੋਈ ਹੈ, ਠੀਕ ਹੈ। ਸਾਨੂੰ ਮਾਣ ਵੀ ਹੈ, ਫਖਰ ਵੀ, ਪਰ ਸਰਕਾਰਾਂ ਨੂੰ ਚਾਹੀਦਾ ਸੀ ਵੀ ਇਹ ਕਾਨੂੰਨ ਬਣਾਉਂਦੇ ਹੀ ਨਾ ਤਾਂ ਦੇਸ਼ ਦੇ ਵਿੱਚ ਇੰਨਾ ਨੁਕਸਾਨ ਨਹੀਂ ਸੀ ਹੋਣਾ, ਠੀਕ ਹੈ। ਅਸੀਂ ਤਾਂ ਇਹੀ ਕਹਿ ਰਹੇ ਹਾਂ, ਚਲੋ ਸਾਨੂੰ ਫਖਰ ਵੀ ਹੈ ਪਰ ਸਾਨੂੰ ਇੱਕ ਪਾਸੇ ਦੁੱਖ ਵੀ ਹੈ ਕਿਉਂ ਸਾਡਾ ਘਰ ਵਿਹਲਾ ਹੋ ਗਿਆ, ਬਹੁਤ ਤਕਲੀਫ ਹੈ ਸਾਨੂੰ, ਠੀਕ ਹੈ। ਅਸੀਂ ਕੀ ਕਹੀਏ, ਕੁਛ ਨਹੀਂ ਕਹਿ ਸਕਦੇ, ਸਾਡਾ ਮਨ ਹੀ ਅੰਦਰੋਂ ਬਹੁਤ ਦੁਖੀ ਹੈ, ਠੀਕ ਹੈ, ਬਹੁਤ ਦੁਖੀ ਹੈ। ਬਿਲਕੁਲ। ਤਾਂ ਮਨਪ੍ਰੀਤ ਇਕਲੌਤਾ ਪੁੱਤਰ ਸੀ ਆਪਣੇ ਮਾਂ-ਬਾਪ ਦਾ, ਨਾ ਇਹਨਾਂ ਦੀ ਕੋਈ ਹੋਰ ਭੈਣ ਨੇ ਨਾ ਹੋਰ ਕੋਈ ਭਰਾ। ਤਾਂ ਜੋ ਘਰ ਹੈ ਫਿਲਹਾਲ ਖਾਲੀ ਹੋ ਚੁੱਕਾ ਹੈ। ਆਂਟੀ ਤੁਸੀਂ, ਕੋਈ ਗੱਲ ਨਹੀਂ, ਹੌਸਲਾ ਰੱਖੋ। ਆਂਟੀ ਤੁਸੀਂ ਇਹ ਦੱਸੋ, ਜਦੋਂ ਮਨਪ੍ਰੀਤ ਘਰੋਂ ਗਏ ਸੀਗੇ ਤਾਂ ਉਹ ਕੀ ਗੱਲਾਂ ਕਰਦੇ ਸੀ ਤੁਹਾਡੇ ਨਾਲ ਇਸ ਸੰਘਰਸ਼ ਨੂੰ ਲੈ ਕੇ? ਕੀ ਕਹਿੰਦੇ ਸੀ ਤੁਹਾਨੂੰ? ਕੋਈ ਗੱਲ ਤੁਹਾਡੇ ਨਾਲ ਉਹਨਾਂ ਦੀ ਹੋਈ ਅਖੀਰੀ? ਬਸ ਉਹ ਤਾਂ ਇਹੀ ਕਹਿੰਦਾ ਸੀ ਬੇਟਾ ਜਿੱਦੇ ਤੋਂ ਸਟਾਰਟ ਹੀ ਹੋਇਆ, ਸਮਝ ਲਓ ਸ਼ੁਰੂਆਤ ਹੋਈ ਹੈ ਅੰਦੋਲਨ ਦੀ। ਇਸ ਦੀ ਉਸ ਦਿਨ ਸਾਨੂੰ ਚਲੋ ਹੈ ਨਾ ਜਥੇਬੰਦੀਆਂ ਨੇ ਕਿਹਾ ਵੀ ਤੁਹਾਡੇ ਵੀ ਟਰੈਕਟਰ ਨੇ ਵੀ ਜਾਣਾ। ਚਲੋ ਹੁਣ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਹੈ, ਮੇਰਾ ਬੇਟਾ ਵੀ ਕਹਿੰਦਾ ਹਾਂ ਵੀ ਅੰਕਲ ਅਸੀਂ ਟਰੈਕਟਰ ਮੈਂ ਲੈ ਕੇ ਜਾਊਂਗਾ ਉਹਦਾ, ਕੋਈ ਗੱਲ ਨਹੀਂ, ਚਾਹੇ ਕਿੰਨਾ ਮਰਜ਼ੀ ਟਾਈਮ ਲੱਗੇ ਮੈਂ ਜਾਊਂਗਾ, ਠੀਕ ਹੈ। ਇਹ ਉਸੇ ਪਹਿਲੇ ਦਿਨ ਤੋਂ ਹੀ ਉਸ ਅੰਦੋਲਨ 'ਚ ਗਿਆ। ਹਾਂ ਮੈਂ ਤਾਂ ਕਿਹਾ ਸੀ ਵੀ ਹਾਂ ਰਹਿਣ ਦੇ ਹੈਪੀ, ਤੂੰ ਜਾ ਨਾ ਪੁੱਤ, ਰਹਿਣ ਦੇ। ਕਹਿੰਦਾ ਨਹੀਂ ਮੰਮੀ ਮੈਂ ਜਾਊਂਗਾ,
ਵੀ ਸਾਰੇ ਲੋਕ ਹੀ ਜਾ ਰਹੇ ਨੇ ਹਨਾ, ਤੇ ਵੀ ਆਪਣੇ ਹਿੱਤਾਂ ਦੇ ਲਈ ਹੋਈ ਆ, ਫਿਰ ਆਪਾਂ ਕੀ ਕਰਾਂਗੇ ਜਦੋਂ ਹੁਣ ਇੱਥੇ ਅੰਗਰੇਜ਼ਾਂ ਬੰਦੇ ਦੇਸ਼ ਵਾਂਗੂ ਕਹਿੰਦਾ ਆਪਾਂ ਨੂੰ ਕੰਮ ਕਰਨਾ ਪਊ, ਲੋਕਾਂ ਦੇ ਗੁਲਾਮ ਹੋ ਕੇ ਕੰਮ ਕਰਨਾ ਪਊ, ਫਿਰ ਆਪਾਂ ਗੁਲਾਮੀ ਕਿਵੇਂ ਕੀ ਕਰਾਂਗੇ। ਵੀ ਚੱਲ ਮੰਮੀ ਮੈਂ ਵੀ ਜਾਊਂਗਾ, ਚਲੋ ਮੈਂ ਕਿਹਾ ਬਾਗ ਜਾ, ਚਲੋ ਸਭ ਦੇ ਬੱਚੇ ਜਾਂਦੇ ਹੈਗੇ, ਅਸੀਂ ਭੇਜਤਾ, ਬਸ ਇੰਨਾ ਹੀ ਕਹਿ ਕੇ ਗਿਆ। ਦਾਣਾ ਮੰਡੀ ਤੱਕ ਇਹਦਾ ਪਾਪਾ ਛੱਡ ਕੇ ਆਇਆ ਉਹਨੂੰ, ਸਾਰਾ ਕੁਛ ਟਰੈਕਟਰ ਟਰਾਲੀ ਸਾਰਾ ਕੁਛ ਨਾਲ ਛੱਡ ਕੇ ਆਇਆ, ਲੀੜਾ ਕੱਪੜਾ ਦੇ ਕੇ ਆਇਆ ਸਾਰਾ, ਇਹ ਛੱਡ ਕੇ ਮੁੜਿਆ। ਫਿਰ ਮੈਂ ਬਸ ਇਹਨੂੰ ਆਈ ਪੁੱਛਿਆ ਸੀ, ਮੈਂ ਹੈਪੀ ਵਗ ਗਿਆ? ਕਹਿੰਦਾ ਹਾਂ ਬਸ ਵਗ ਗਿਆ। ਉਸ ਤੋਂ ਬਾਅਦ ਨਹੀਂ ਆਇਆ? ਨਹੀਂ, ਉਹ ਤੋਂ ਬਾਅਦ 'ਚ ਫੇਰ ਆਇਆ ਸੀ ਜੀ ਪਿੰਡ, ਉਹ ਤੋਂ ਬਾਅਦ 'ਚ ਫੇਰ ਚਲਾ ਗਿਆ, ਫੇਰ ਆ ਗਿਆ, ਫੇਰ ਚਲਾ ਗਿਆ, ਤੀਜੇ ਵਾਰ ਗਿਆ ਸੀ। ਮਤਲਬ ਲਗਾਤਾਰ ਡਟੇ ਹੋਏ ਸੀ ਮੋਰਚੇ। ਹਾਂ ਹਾਂ, ਇੱਥੇ ਵੀ ਜਾਂਦਾ ਸੀ, ਜਿਵੇਂ ਆਮ ਪਹਿਲਾਂ ਛੋਟੇ ਮੋਰਚੇ ਲੱਗਦੇ ਸੀਗੇ ਉਦੋਂ ਵੀ ਜਾਂਦਾ ਹੁੰਦਾ ਸੀ ਉਹ, ਜਿਵੇਂ 2 ਘੰਟੇ ਵਗ ਗਿਆ, ਚਾਹੇ ਟਾਈਮ ਕੱਢ ਕੇ, ਚਾਹੇ 4 ਵਗ ਗਿਆ, ਜਾ ਕੇ ਆਉਂਦਾ ਉਹ। ਜਿਵੇਂ ਰੇਲਵੇ ਲਾਈਨਾਂ ਤੇ ਲੱਗੇ ਹੋਏ ਸੀ ਉਦੋਂ ਵੀ ਜਾਂਦਾ ਸੀ, ਜਿਵੇਂ ਰਾਮਪੁਰੇ ਲੱਗਿਆ ਸੀ, ਹੋਰ ਲੱਗੇ ਸੀ, ਜਿਵੇਂ ਨੇੜੇ ਨੇੜੇ ਜਿੱਥੇ ਜਾਇਆ ਜਾਂਦਾ ਸੀ ਉੱਥੇ ਜਾਂਦਾ ਸੀ। ਅੱਛਾ ਅੰਕਲ, ਤੁਸੀਂ ਦੱਸ ਰਹੇ ਸੀਗੇ ਵੀ ਮੈਂ ਉਹਨੂੰ ਆਖਿਆ ਵੀ ਟਰੈਕਟਰ ਕਿਉਂ ਲੈ ਕੇ ਜਾਣਾ ਹੈ, ਤਾਂ ਉਹ ਦੱਸੋ ਗੱਲ ਵੀ ਉਹ ਕੀ ਤੁਹਾਡੇ ਬੱਚੇ ਨੇ ਫਿਰ ਕਿਹਾ? ਉਹ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਕੱਲਾ ਵਗ ਜਾ ਵੀ ਟਰੈਕਟ ਤੋਂ ਕੀ ਕਰਾਉਣਾ। ਉਹ ਕਹਿੰਦਾ ਟਰੈਕਟ ਇੱਥੇ ਆਪਾਂ ਚਲਾਵਾਂਗੇ ਕਾਜ, ਕਦੋਂ ਆਪਣੇ ਕੋਲ ਬਾਣ ਹੀ ਨਾ ਰਿਹਾ, ਮੈਂ ਟਰੈਕਟ ਲੈ ਕੇ ਜਾਊਂਗਾ। ਕਹਿੰਦਾ ਮੈਂ ਕਿਹਾ ਚੱਲ ਪੁੱਤ ਲੈ ਜਾ। ਫਿਰ ਉੱਥੋਂ 2 ਵਾਰੀ ਆ ਇਕੱਲਾ ਟ੍ਰੇਨ ਤੇ ਆ ਜਾਂਦਾ ਸੀ, ਟਰੈਕਟ ਸਾਡਾ ਉੱਥੇ ਹੀ ਰਿਹਾ 5 ਮਹੀਨੇ ਸੀ। ਹਾਂ ਹਾਂ, ਉਦੋਂ ਬਾਅਦ ਮੁੰਡੇ ਛੱਡ ਕੇ ਗਏ ਆ, ਉਹਦੀ ਮੌਤ ਤੋਂ ਬਾਅਦ 3 ਮਹੀਨੇ ਬਾਅਦ ਟਰੈਕਟ ਸਾਡਾ ਉਹ ਸਾਰਾ ਸੜ ਗਿਆ ਸੀ, ਬੇਕਾਰ ਹੋ ਗਿਆ ਸੀ, ਜਮਾ ਜਰ ਲੱਗ ਗਈ ਖੜੇ ਨੂੰ, ਕਿਉਂ ਖਰਾਬ ਹੋ ਗਿਆ ਸਾਰਾ। ਫਿਰ ਅਸੀਂ ਹੁਣ ਬਦਲ ਕੇ ਫੇਰ ਟਰੈਕਟਰ ਦੁਬਾਰੇ ਲਿਆਂਦਾ ਕਿਸ਼ਤਾਂ ਦੇ। ਹਾਂ, ਉਹ ਸਾਰਾ ਖਰਾਬ ਹੋ ਗਿਆ ਟਰੈਕਟਰ ਸਾਡਾ, ਉੱਥੇ ਬੈਟਰੀਆਂ ਕਿਸੇ ਨੇ ਦੇਖਿਆ ਨਾ ਪਤਾ, ਸਾਰਾ ਕੁਝ ਖਰਾਬ ਹੋ ਗਿਆ ਉਹਦਾ, ਜਮਾ ਮਿੱਟੀ ਘੱਟਾ ਪੈ ਕੇ ਜਰ ਲੱਗ ਗਈ। ਉਹ ਫਿਰ ਏਜੰਸੀ ਵਾਲੇ ਕਹਿੰਦੇ ਵੀ ਆ ਤਾਂ ਹੁਣ ਬੇਕਾਰ ਆ, ਬਾਹੀ ਵਾਲਾ ਤਾਂ ਟਰੈਕਟ ਹੈ ਨਹੀਂ। ਮੈਂ ਕਿਹਾ ਚਲੋ ਸਾਨੂੰ ਬਦਲ ਕੇ ਦੇ ਦਿਓ। ਅਸੀਂ ਹੁਣ ਕਿਸ਼ਤਾਂ ਦੇ ਫੇਰ ਦੁਬਾਰੇ ਲਿਆਏ ਉਹ ਟਰੈਕਟ ਵਿੱਚ ਦੇ ਕੇ। ਸਾਡਾ ਤਾਂ ਉਹ ਜਵਾਕ ਦੇ ਸਿਰ 'ਤੇ ਸਾਰਾ ਕੰਮ ਚੱਲਦਾ ਸੀ। ਮੇਰੇ ਤਾਂ ਜ਼ਮੀਨ ਕਿੰਨੀ ਹੈ ਜੀ? 3 ਕਿੱਲੇ ਆ ਵੇਲੇ। ਹਾਂ, ਸਾਡੇ ਕੋਲ ਤਾਂ ਮੋਟਰ ਵੀ ਹੈ ਨਹੀਂ ਗੀ ਜੀ, ਮੋਟਰ ਦਾ ਪ੍ਰਬੰਧ ਵੀ ਨਹੀਂ ਸਾਡੇ ਕੋਲੇ। ਅਸੀਂ ਤਾਂ ਇਹੀ ਕਹਿੰਦੇ ਵੀ ਸਰਕਾਰ ਸਾਨੂੰ ਕਨੈਕਸ਼ਨ ਦੇ ਦੇ, ਸਾਡਾ ਸ਼ਹੀਦੀ ਭੱਤਾ ਦੇ ਦੇ, ਸਾਡੀ ਪੈਨਸ਼ਨ ਲਾ ਦੇ, ਠੀਕ ਹੈ। ਚਲੋ ਜੇ ਨਹੀਂ ਨੌਕਰੀ ਦਿੰਦੀ ਸਰਕਾਰ, ਅਸੀਂ ਤਾਂ ਇਹੀ ਕਹਿੰਦੇ ਹਾਂ ਜੇ ਨੌਕਰੀ ਕੋਈ ਚੰਗੀ ਦੇ ਦੂ ਤਾਂ ਵੀ ਚੰਗੀ ਗੱਲ ਹੈ, ਉਹ ਮਰਜ਼ੀ ਹੈ ਸਰਕਾਰ ਦੀ। ਅਸੀਂ ਕੋਈ ਦਵਾ ਤਾਂ ਅਸੀਂ ਤਾਂ ਕੀ ਪਾ ਲਾਂਗੇ, ਅਸੀਂ ਤਾਂ ਆਪ ਗਰੀਬ ਬੰਦੇ ਹਾਂ, ਦਵਾ ਤਾਂ ਨਹੀਂ ਸਰਕਾਰ ਤੇ ਅਸੀਂ ਪਾ ਸਕਦੇ। ਕਰਨ ਔਜਲਾ ਵੀ ਆਏ ਸੀ ਤੁਹਾਡੇ ਘਰ, ਉਹ ਵੀ ਤੁਹਾਨੂੰ ਆ ਕੇ ਮਿਲ ਕੇ ਗਏ ਸੀ, ਤਾਂ ਉਹਨਾਂ ਵੱਲੋਂ ਕੀ ਤੁਹਾਨੂੰ ਜਿਹੜੀ ਹੈ ਕੋਈ ਸਹਾਇਤਾ ਜਾਂ ਮਦਦ ਤੁਹਾਨੂੰ ਮਿਲੀ? ਹਾਂਜੀ, ਉਹਨਾਂ ਨੇ ਸਾਡੀ ਮਦਦ ਕੀਤੀ ਹੈ, ਵਿੱਤੀ ਸਹਾਇਤਾ ਕੀਤੀ ਹੈ, ਹਾਂਜੀ ਕੀਤੀ ਹੈ। ਸਾਡਾ ਹਾਲ ਚਾਲ ਵੀ ਪੁੱਛਿਆ ਉਹਨਾਂ ਨੇ, ਸਾਨੂੰ ਇਹ ਵੀ ਕਿਹਾ ਵੀ ਮਾਤਾ ਅਸੀਂ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਅਸੀਂ ਤੁਹਾਡੀ ਮਦਦ ਕਰਾਂਗੇ। ਸਾਨੂੰ ਇਹ ਸ਼ਬਦ ਉਹਨਾਂ ਨੇ ਬੋਲਿਆ, ਠੀਕ ਹੈ, ਵੀ ਜਦੋਂ ਵੀ ਤੁਹਾਨੂੰ ਜ਼ਰੂਰਤ ਹੈ ਸਾਡੀ ਅਸੀਂ ਹਾਜ਼ਰ ਹਾਂ, ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ, ਠੀਕ ਹੈ। ਪਰ ਵਕਤ ਦਾ ਤਾਂ ਕੋਈ ਪਤਾ ਨਹੀਂ ਹੁੰਦਾ ਵੀ ਕੀ ਹੋ ਜਾਣਾ, ਇਹ ਤਾਂ ਕੋਈ ਪਤਾ ਨਹੀਂ, ਤਾਂ ਆਪਣਾ ਵੀ ਨਹੀਂ ਪਤਾ ਵੀ ਆਪਾਂ ਨੂੰ ਪਰਮਾਤਮਾ ਇੱਥੇ ਬੈਠਿਆਂ ਨੂੰ ਮੌਤ ਦੇ ਦੇਵੇ। ਮੌਤ ਕਿਸੇ ਦੇ ਹੱਥ 'ਚ ਨਹੀਂ ਹੈਗੀ, ਠੀਕ ਹੈ। ਸਾਨੂੰ ਕਿਹੜਾ ਪਤਾ ਸੀ ਵੀ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਐਡੀ ਵੱਡੀ ਲੱਗ ਜੂ, ਵੀ ਆਹ ਕੁਛ ਹੋ ਜੂ ਸਾਡੇ ਘਰ 'ਚ, ਵੀ ਅਸੀਂ ਤਾਂ ਕਦੇ ਸੋਚੀ ਵੀ ਨਹੀਂ ਸੀ ਇਹ ਗੱਲ ਵੀ ਸਾਡੇ ਬੱਚੇ ਨੂੰ ਇਹੋ ਜਿਹਾ ਕੁਛ ਹੋ ਜੂ। ਅਸੀਂ ਆਪ ਤਾਂ ਬੈਠੇ ਹਾਂ, ਤੁਸੀਂ ਐਂ ਸੋਚੋ ਵੀ ਜਦੋਂ ਅਸੀਂ ਤਾਂ ਅੱਜ ਬੈਠੇ ਹਾਂ ਤੇ ਇਹ ਇੱਥੋਂ ਚਲਾ ਗਿਆ, ਤਾਂ ਫਿਰ ਸਾਨੂੰ ਦੇਖੋ ਕਿੰਨੀ ਤਕਲੀਫ ਹੈ ਇਸ ਗੱਲ ਦੀ, ਹੈਂ। ਕਿੱਥੇ ਤਾਂ ਇਹਨੂੰ ਸਾਨੂੰ ਉੱਥੇ ਇਹਨੇ ਛੱਡ ਕੇ ਆਉਣਾ ਸੀ ਸ਼ਮਸ਼ਾਨ ਘਾਟ 'ਚ, ਕਿੱਥੇ ਅਸੀਂ ਇਹਨੂੰ ਲੈ ਕੇ ਗਏ ਹਾਂ। ਉਦੋਂ ਪੁੱਛ ਕੇ ਦੇਖੇ ਵੀ ਕਿੰਨੀ ਮਾਂ ਪਿਓ ਨੂੰ ਕਿੰਨੀ ਤਕਲੀਫ ਹੈ। ਤੁਸੀਂ ਕਹਿ ਰਹੇ ਸੀ ਵੀ ਵਿਆਹ ਹੋਣ ਵਾਲਾ ਸੀ? ਹਾਂਜੀ, ਵਿਆਹ ਹੋਣ ਵਾਲਾ ਸੀ, ਇਹਨੂੰ ਰਿਸ਼ਤੇ ਵਾਲੇ ਆ ਗਏ ਸੀ। ਚਲ ਅਸੀਂ ਕਿਹਾ ਸਾਡੀ ਇਹੀ ਜ਼ਿੰਮੇਵਾਰੀ ਹੈ, ਚੱਲ ਦੁਬਾਰਾ ਆਪੀ ਸੰਭਾਲ ਲੂ, ਠੀਕ ਹੈ। ਹੁਣ ਤਾਂ ਵੀ ਬਸ ਇਹੀ ਹੁੰਦਾ ਮਾਂ ਪਿਓ ਦਾ ਵੀ ਵਿਆਹ ਕਰਤਾ ਆਪਾਂ, ਠੀਕ ਹੈ, ਆਪਣੇ ਬੱਚੇ ਦੀ ਜ਼ਿੰਦਗੀ ਅੱਗੇ ਵਾਲੀ ਤੁਰ ਪਈ, ਆਪੇ ਕਿਵੇਂ ਕਰਨ ਨਾ ਕਰਨ। ਬਸ ਮੈਨੂੰ ਤਾਂ ਇਹੀ ਸੀ ਵੀ ਆਹੀ ਮੇਰਾ ਫਰਜ਼, ਮੈਂ ਇਹਨੂੰ ਕਹਿ ਵੀ ਦਿੰਦੀ ਸੀ ਮੇਰਾ ਇੱਕੋ ਹੀ ਫਰਜ਼ ਰਹਿ ਗਿਆ ਹੈਪੀ, ਤੇਰਾ ਵਿਆਹ ਹੋ ਜਾਏ ਬਸ, ਹੋਰ ਮੈਨੂੰ ਕਾਸੇ ਦਾ ਨਹੀਂ। ਮੈਂ ਤਾਂ ਕਦੇ ਵੀ ਨਹੀਂ ਸੋਚਿਆ, ਮੈਨੂੰ ਆਹੀ ਹੋ ਜਾਂਦਾ ਵੀ ਚੱਲ ਤੇਰੇ ਹੁਣ ਬੱਚੇ ਹੋ ਜਾਣਗੇ ਨਾ, ਮੈਂ ਤਾਂ ਚੱਲ ਉਹਨਾਂ ਨੂੰ ਹੀ ਸੰਭਾਲ ਲਿਆ ਕਰੂੰ ਵੀ ਹੈਪੀ। ਕਹਿੰਦਾ ਨਹੀਂ ਮੰਮੀ ਤੂੰ ਕੰਮ ਕਰਨੋਂ ਨਹੀਂ ਹਟਣਾ, ਤੂੰ ਤਾਂ ਕੋਈ ਬਹਿੰਦੀ ਨਹੀਂ। ਮੈਂ ਤਾਂ ਇਹੀ ਕਹਿੰਦੀ ਹਾਂ, ਇਹ ਪਰਮਾਤਮਾ ਕਿਸੇ ਨਾਲ ਇਹੋ ਜਿਹਾ ਕੁਛ ਤਾਂ ਜਮਾ ਵੀ ਨਾ ਕਰੀ। ਮੈਂ ਤਾਂ ਇਹੀ ਕਹਿੰਦੀ ਹਾਂ, ਇਹ ਵਾਹਿਗੁਰੂ ਤੇਰੇ ਹੱਥ 'ਚ ਹੁੰਦਾ ਸਭ ਕੁਛ, ਨਹੀਂ ਕਿਸੇ ਦਾ ਪੁੱਤ ਨਾ ਕੋਈ ਹਾਲੇ ਮਾਂ ਪਿਓ ਨੂੰ ਮਾਰਦੀ। ਅਸੀਂ ਤਾਂ ਕਹਿੰਦੇ ਅਸੀਂ ਦੋਨੇ ਹੀ ਮਰ ਜਾਂਦੇ, ਠੀਕ ਹੈ। ਮੈਂ ਤਾਂ ਇਹੀ ਕਹਿੰਦੀ ਇਹ ਵਾਹਿਗੁਰੂ ਇਹੋ ਜਿਹਾ ਤਾਂ ਕਦੇ ਵੀ ਨਾ ਕਰੀ, ਕਿਸੇ ਨਾਲ ਵੀ ਨਾ ਕਰੀ। ਕੀ ਕੋਈ ਮੰਗ ਰੱਖਦੇ ਹੋ ਸਰਕਾਰ ਦੇ ਕੋਲੋਂ? ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ, ਸਾਡਾ ਘਰ ਵੀ ਇਹ ਦੇਖੋ, ਠੀਕ ਹੈ, ਸਾਰਾ ਸਾਡਾ ਘਰ ਬੇਕਾਰ ਹੋਇਆ ਪਿਆ, ਉੱਧਰੋਂ ਪਿੱਛੋਂ ਵੀ ਬੁਰਾ ਹਾਲ ਹੈ, ਅੰਦਰੋਂ ਵੀ ਬੁਰਾ ਹਾਲ ਹੈ, ਟੁੱਟਿਆ ਹੋਇਆ। ਮੈਂ ਜਦੋਂ ਪਤਾ ਕੀ ਹੈ ਨਾ, ਜਦੋਂ ਮੀਂਹ ਆਉਂਦਾ ਗਾ ਉਦੋਂ ਆਈ ਨਹੀਂ ਪਤਾ ਹੁਣ ਸਾਡੇ ਘਰੇ ਦੁਬਾਰੇ ਫੇਰ ਦਰਾਣਾ ਚੱਲ ਜਾਣ, ਫੇਰ ਮੈਂ ਬੰਦ ਕਰ ਦਿੰਦੀ ਹਾਂ ਚੜ੍ਹ ਕੇ।
ਚੜ ਕੇ ਮੈਂ ਮਸਾਂ ਉਹ ਨਾ ਪੌੜੀਆਂ ਤੇ ਚੜ ਕੇ ਬੰਦ ਕਰ ਦਿੰਦੀ ਹਾਂ। ਮੈਂ ਅੰਦਰੋਂ ਮਸਾਂ ਦਿਖਾਉਣੀ ਤੁਹਾਨੂੰ, ਦਿਖਣਾ ਹੋਵੇ ਅੰਦਰ ਸਾਡੇ ਪਾਣੀ ਆਜੂ ਸਾਰੇ ਫਰਸ਼ ਤੇ, ਬੁਰਾ ਹਾਲ ਹੋ ਜਾਂਦਾ ਹੈ। ਫਿਰ ਅਸੀਂ ਜਦੋਂ ਸਾਡੇ ਕੋਲ ਹੈ ਹੀ ਨਹੀਂ, ਹੁਣ ਕਰੀਏ ਕਿ ਜ਼ਮੀਨ 'ਚੋਂ ਤਾਂ ਢਿੱਡ ਮਸਾਂ ਭਰਦਾ। ਅਸੀਂ ਤਾਂ ਇਹੀ ਕਹਿੰਦੇ ਵੀ ਸਰਕਾਰ ਸਾਡਾ ਮਕਾਨ ਬਣਾ ਦੇਵੇ, ਠੀਕ ਹੈ, ਸਾਨੂੰ ਸਾਡੇ ਖੇਤ 'ਚ ਮੋਟਰ ਲਵਾ ਦੇ, ਚੱਲ ਅਸੀਂ ਉੱਥੇ ਖੇਤੀ ਕਰਦੇ ਵੀ ਹੋ ਜਾਵਾਂਗੇ। ਹਾਂ, ਸਾਡੀ ਫਸਲ ਵੀ, ਨਰਮਾ ਵੀ ਸਾਰਾ ਖਰਾਬ ਹੋ ਗਿਆ ਸਾਡਾ। ਉਹ ਤਾਂ ਸਰਕਾਰ ਨੂੰ ਖੁਦ ਹੀ ਪਤਾ, ਉਹ ਕਿਹੜਾ ਸਰਕਾਰਾਂ ਤੋਂ ਅੱਖੋਂ ਲਿਆ। ਜਦੋਂ ਚੰਨੀ ਦੇਖਣ ਆਇਆ ਉਹਨੇ ਸਭ ਨੂੰ ਦੇਖਿਆ ਹੀ ਆ ਵੀ ਕਿੰਨੀ ਬੁਰੀ ਹਾਲਤ ਹੈ। ਸਾਡੇ ਪਿੰਡ ਮੰਡੀ ਕਲਾਂ 'ਚ ਵੀ ਆਈ ਸੀ, ਸਾਡਾ ਤਾਂ ਹਾਲ ਨਹੀਂ ਉਹਨੇ ਪੁੱਛਿਆ ਨਾ। ਸੀਐਮ ਸਾਹਿਬ ਆਏ ਨਹੀਂ ਤੁਹਾਡੇ ਘਰ? ਨਹੀਂ, ਸਾਡੇ ਘਰ ਨਹੀਂ ਆਏ, ਸਾਡਾ ਕੋਈ ਹਾਲ ਨਹੀਂ ਪੁੱਛਿਆ। ਪਹਿਲੀ ਸਾਥ ਸਾਡੇ ਨੌਜਵਾਨ ਬੱਚੇ ਦੀ ਹੋਈ ਹੈ ਇਸ ਪਿੰਡ ਦੇ ਵਿੱਚੋਂ, ਠੀਕ ਹੈ, ਪਹਿਲੀ ਸਾਥ ਮੇਰੇ ਬੇਟੇ ਨੇ ਦਿੱਤੀ ਹੈ, ਪਰ ਸਾਨੂੰ ਕੁਝ ਨਹੀਂ ਪੁੱਛਿਆ ਉਹਨੇ। ਹਾਂ, ਬਠਿੰਡੇ ਜ਼ਿਲ੍ਹੇ 'ਚ ਸਾਡੇ ਮੁੰਡੇ ਦੀ ਹੋਈ ਆ, ਸਾਡੇ ਘਰੇ ਨਹੀਂ ਆਇਆ। ਸਾਡੇ ਤਾਂ ਇਕੱਲੇ ਪੁਲਿਸ ਵਾਲੇ ਆਏ ਸੀ, ਕਹਿੰਦੇ ਚੰਨੀ ਆਉਂਦਾ। ਮੈਂ ਕਿਹਾ ਜੀ ਆ ਜਾਣ ਦੇ। 10 ਕੁ ਮਿੰਟ ਬੈਠੇ ਰਹੇ ਤੇ ਉਦੋਂ ਬਾਅਦ ਉੱਠ ਕੇ ਤੁਰ ਗਏ। ਚੰਨੀ ਇੱਧਰ ਕਿਸੇ ਦੇ ਘਰੇ ਹੋਰ ਆ ਗਿਆ। ਅਸੀਂ ਕਿਹਾ ਵੀ ਸਾਨੂੰ ਮਿਲ ਲੈਣ ਦੇ, ਕਹਿੰਦੇ ਤੁਹਾਡਾ ਕੋਈ ਕੰਮ ਨਹੀਂ ਇੱਥੇ। ਹਾਂ, ਸਾਨੂੰ ਉੱਥੇ ਮਿਲਣ ਨਹੀਂ ਦਿੱਤਾ। ਤੁਸੀਂ ਗਏ ਉਹਨਾਂ ਨੂੰ ਮਿਲਣ? ਹਾਂ, ਇੱਕ ਦੋ ਬੰਦਿਆਂ ਨੇ ਇਹਨੇ ਫੋਨ ਵੀ ਕਰਕੇ ਕਿਹਾ ਵੀ ਸਾਨੂੰ ਵੀ ਮਿਲ ਲੈਣ ਦੇ, ਵੀ ਚੱਲ ਵੀ ਅਸੀਂ ਇੱਕ ਦੋ ਮੰਗਾਂ ਰੱਖਣੀਆਂ ਨੇ। ਕਹਿੰਦੇ ਨਹੀਂ, ਇੱਥੇ ਕੋਈ ਕੰਮ ਨਹੀਂ। ਹਾਂ, ਨਾ ਹੀ ਸਾਨੂੰ ਐਵੇਂ ਕਹਦੀ, ਨਾ ਹੀ ਚੰਨੀ ਨੇ ਇਹ ਵੀ ਨਹੀਂ ਸੋਚਿਆ ਵੀ ਮੈਂ ਪਹਿਲਾਂ ਉਹਨਾਂ ਦੇ ਘਰੇ ਜਾਵਾਂ, ਵੀ ਉਹਨਾਂ ਦੇ ਬੱਚੇ ਨੇ ਪਹਿਲੀ ਸਹਾਇਤਾ ਦਿੱਤੀ ਹੈ, ਵੀ ਉਹਨਾਂ ਲਈ ਵੀ ਮੈਂ ਕੁਛ ਕਰਾਂ। ਚੱਲ ਸਾਡੇ ਲਈ ਕੋਈ ਹੋਰ ਹੀ ਵਿੱਤੀ ਸਹਾਇਤਾ ਹੀ ਕਰ ਦਿੰਦਾ। ਅਸੀਂ ਕਿਹੜਾ ਉਹ ਤੋਂ ਕੁਛ ਮੰਗਣ ਲੱਗੇ ਸੀ, ਸਾਡੀ ਸੁਣ ਤਾਂ ਲੈਂਦਾ ਨਾ। ਠੀਕ ਹੈ, ਇਹ ਮੈਨੂੰ ਤਾਂ ਲੱਗਦਾ ਰਲੀਆਂ ਮਿਲੀਆਂ ਸਰਕਾਰਾਂ ਨੇ। ਮੈਂ ਤਾਂ ਇਹੋ ਕਹਿਣੀ ਹੈ, ਇਹਨਾਂ ਨੇ ਕਿਸੇ ਦੀ ਨਹੀਂ ਸੁਣਨੀ। ਮੈਂ ਤਾਂ ਕਹਿੰਦੀ ਇਹਨੂੰ ਡੰਡੇ ਮਾਰ ਮਾਰ ਕੇ ਭਜਾਓ ਇਹਨਾਂ ਲੀਡਰਾਂ ਨੂੰ। ਮੈਂ ਤਾਂ ਇਹੀ ਕਹਿੰਦੀ ਇੱਥੋਂ, ਠੀਕ ਹੈ। ਇਹਨਾਂ ਨੇ ਸਾਰਾ ਦੇਸ਼ ਇਹਨਾਂ ਨੇ ਸਾਰਾ ਬਰਬਾਦ ਕਰਤਾ, ਇਹਨਾਂ ਲੋਕਾਂ ਨੇ। ਆਪਾਂ ਤਾਂ ਇਹੀ ਕਹਿੰਦੇ ਹਾਂ, ਜੇ ਇਹਨਾਂ ਦੇ ਬੱਚੇ ਮਰ ਜਾਣ ਫੇਰ ਉੱਥੇ ਦੇਖਣ ਦਿਲ ਤੇ ਹੱਥ ਧਰ ਕੇ ਵੀ ਕਿੰਨੀ ਕਿਸੇ ਨੂੰ ਤਕਲੀਫ ਹੁੰਦੀ ਹੈ। ਇਹ ਗਰੀਬ ਲੋਕਾਂ ਨੂੰ ਮਰਵਾ ਦਿੰਦੇ ਆ। ਹੋਰ ਕੋਈ ਵੀ ਮੰਤਰੀ ਤੁਹਾਡੇ ਕੋਈ ਹੋਰ ਨਹੀਂ ਆਇਆ? ਕਿਸੇ ਨੇ ਹੋਰ ਮਦਦ ਨਹੀਂ ਕੀਤੀ ਤੁਹਾਡੀ? ਨਹੀਂ, ਕਿਸੇ ਨੇ ਨਹੀਂ ਕੁਛ ਕੀਤਾ, ਕੋਈ ਮਦਦ ਨਹੀਂ ਕੀਤੀ। ਹੋਰ ਸਾਡੇ ਘਰੇ ਆਏ ਆ ਜ਼ਰੂਰ। ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਪਤਾ ਲੈਣ ਨਹੀਂ ਆਏ। ਬਲਜਿੰਦਰ ਵੀ ਆਈ ਹੈ, ਹਰਸਿਮਰਤ ਬਾਦਲ ਵੀ ਆਏ ਨੇ। ਹਾਂ, ਆਏ ਸੀ, ਸਾਡਾ ਹਾਲ ਚਾਲ ਪੁੱਛ ਕੇ ਗਏ। ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਪੁੱਛ ਨਹੀਂ, ਸਾਡੇ ਦੁੱਖ 'ਚ ਸ਼ਾਮਲ ਹੋਇਆ, ਪਰ ਸਾਡੀ ਕਿਸੇ ਨੇ ਵਿੱਤੀ ਸਹਾਇਤਾ ਸਾਡੀ ਕੋਈ ਨਹੀਂ ਕੀਤੀ। ਅਸੀਂ ਨਾ ਹੀ ਸਾਨੂੰ ਉਹਨਾਂ ਨੇ ਕੁਛ ਕਿਹਾ ਵੀ ਅਸੀਂ ਤੁਹਾਡੇ ਲਈ ਕੁਛ ਕਰਾਂਗੇ। ਸਾਡੇ ਲਈ ਕਿਸੇ ਸਰਕਾਰਾਂ ਨੇ ਕੁਛ ਨਹੀਂ ਕਿਹਾ ਵੀ ਅਸੀਂ ਤੁਹਾਡੇ ਲਈ ਕਰਾਂਗੇ। ਹਾਂ, ਪੰਜਾਬ ਸਰਕਾਰ ਦੀ ਜੋ 5 ਲੱਖ ਦਾ ਮੁਆਵਜ਼ਾ ਹਰ ਇੱਕ ਨੂੰ ਦੇ ਰਹੀ ਸੀ, ਉਹਦੇ ਨਾਲ ਸਾਡੀ ਜ਼ਿੰਦਗੀ ਤਾਂ ਨਹੀਂ ਕੱਟ ਜੂ। 5 ਲੱਖ ਨਾਲ ਕੀ ਬਣ ਜੂ? 5 ਲੱਖ ਨਾਲ ਮਹਿੰਗਾਈ ਇੰਨੀ ਹੈ। ਵੈਸੇ ਦੇਖੋ, ਪ੍ਰਧਾਨ ਮੰਤਰੀ ਨੇ ਵੀ ਆ ਕੇ ਮਾਫੀ ਮੰਗੀ ਵੀ ਮੈਂ ਮਾਫੀ ਮੰਗਦਾ, ਤੁਸੀਂ ਵੀ ਦੇਖਿਆ ਹੀ ਹੋਣਾ। ਹਾਂ। ਕੀ ਲੱਗਦਾ ਤੁਹਾਨੂੰ ਵੀ ਇੰਨਾ ਕੁਝ ਹੋਣ ਤੋਂ ਬਾਅਦ ਵੀ ਹੁਣ ਉਹਨਾਂ ਦੀ ਜਿਹੜੀ ਮਾਫੀ ਹੈ ਉਹ ਕਿਤੇ ਸਟੈਂਡ ਕਰਦੀ ਹੈ? ਕਿਤੇ ਸਮਝਦੇ ਹੋ ਵੀ ਸਹੀ ਹੈ ਇਹ ਗੱਲ? ਨਹੀਂ, ਅਸੀਂ ਤਾਂ ਇਹੀ ਕਹਿੰਦੇ ਹਾਂ, ਚਲੋ ਜੇ ਸੋਚਿਆ ਠੀਕ ਵੀ ਹੈ, ਪਰ ਠੀਕ ਵੀ ਨਹੀਂ ਵੀ ਹੈ। ਠੀਕ ਆ, ਕਿਉਂ ਇੰਨਾ ਨੁਕਸਾਨ ਨਹੀਂ ਸੀ ਹੋਣਾ, ਪਹਿਲਾਂ ਹੀ ਕਰ ਦੇਣੇ ਸੀ। ਇਹ ਰੱਦ ਪਹਿਲਾਂ ਹੀ ਕਰਦੇ ਸੀ, ਮਹੀਨੇ ਬਾਅਦ ਹੀ ਕਰ ਦਿੰਦੇ। ਚਲੋ ਨੁਕਸਾਨ ਹੁਣ ਤਾਂ ਬਚਦਾ, ਉਹਦੇ ਘਰੇ ਤਾਂ ਕੁਛ ਵੀ ਹੋ ਜੇ, ਫਿਰ ਉਹਦਾ ਆਪਾਂ ਇਹ ਤਾਂ ਨਹੀਂ ਕਹਿੰਦੇ ਹੋ ਵੀ ਇਹ ਸਰਕਾਰਾਂ ਨੇ ਕਰਾਤਾ। ਫਿਰ ਤਾਂ ਉਹ ਕੁਛ ਵੀ ਸੀ, ਫਿਰ ਤਾਂ ਆਪਾਂ ਪਰਮਾਤਮਾ ਨੂੰ ਲਾਂਭਾ ਦੇ ਸਕਦੇ ਨਾ। ਫਿਰ ਸਰਕਾਰਾਂ ਪਹਿਲਾਂ ਹੀ ਕਰ ਦੇਣਾ ਸੀ ਇਹ ਸਭ ਕੁਛ। ਉੱਥੇ ਲੋਕਾਂ ਨੇ ਬਹੁਤ ਦੁੱਖ ਦੇਖਿਆ, ਤੇ ਮੀਂਹਾਂ 'ਚ ਖੜ ਕੇ ਭੁੱਖੇ ਰਹਿਣਾ, ਤੇ ਉੱਥੇ ਹਨੇਰੀਆਂ 'ਚ ਤੇ ਗਰਮੀ 'ਚ ਤੇ ਮੱਛਰਾਂ 'ਚ, ਉੱਥੇ ਗੰਦੀ ਹਵਾ 'ਚ ਗੰਦੇ ਪਾਣੀ 'ਚ ਬੈਠ ਕੇ ਕਿੰਨਾ ਉਹਨਾਂ ਨੇ ਵੀ ਤਕਲੀਫ ਹੰਢਾਈ ਆ। ਵੀ ਬਹੁਤ ਤਸ਼ੱਦਦ ਕੀਤਾ ਗਿਆ ਕਿਸਾਨਾਂ ਤੇ, ਹਰ ਤਰ੍ਹਾਂ ਦਾ ਵੀ ਇਹ ਇੱਥੋਂ ਚਲੇ ਜਾਣ। ਲੰਬਾ ਸਮਾਂ, ਕੋਈ ਇਹ ਥੋੜਾ ਸਮਾਂ ਨਹੀਂ। ਹਾਂ, ਲੰਬਾ ਸਮਾਂ ਸੰਘਰਸ਼ ਕੀਤਾ ਹਰ ਇੱਕ ਕਿਸਾਨ ਨੇ, ਭੈਣਾਂ ਨੇ, ਬਜ਼ੁਰਗਾਂ ਨੇ, ਨੌਜਵਾਨਾਂ ਨੇ, ਸਭ ਨੇ ਹਿੱਸਾ ਲਿਆ ਵੀ ਹਰ ਇੱਕ ਦਾ ਯੋਗਦਾਨ ਬਰਾਬਰ ਹੈ। ਅਸੀਂ ਤਾਂ ਇਹੀ ਕਹਿੰਦੇ ਹਾਂ, ਜਾਨਾਂ ਵੀ ਦਿੱਤੀਆਂ, ਉਹਨਾਂ ਦਾ ਵੀ ਵੱਡਾ ਯੋਗਦਾਨ ਹੈ। ਫਿਰ ਅਸੀਂ ਇਹ ਵੀ ਕਹਿੰਦੇ ਹਾਂ, ਵੀ ਮੰਗ ਕਰਦੇ ਹਾਂ ਵੀ ਇਹਨਾਂ ਲਈ ਕੁਛ ਕੀਤਾ ਵੀ ਜਾਵੇ, ਇਹਨਾਂ ਦੀ ਕੋਈ ਯਾਦਗਾਰ ਵੀ ਬਣਾਈ ਜਾਵੇ। ਠੀਕ ਹੈ, ਸਰਕਾਰ ਬਣਾਵੇ ਵੀ ਹਾਂ ਅੰਦੋਲਨ ਚੱਲਿਆ ਸੀ, ਹੁਣ ਤਾਂ ਕਹਿੰਦੇ ਇਹਦਾ ਇਤਿਹਾਸ ਰਚਿਆ ਜਾਊਗਾ, ਇਤਿਹਾਸ ਲਿਖਿਆ ਜਾਊਗਾ। ਤੇ ਫਿਰ ਇਹਨਾਂ ਦਾ ਕੁਛ ਕਿਉਂ, ਇਹਨਾਂ ਦੀ ਕੋਈ ਜਾਨ ਹੈ ਨਹੀਂ ਸੀ, ਇਹਨਾਂ ਦੀ ਕੋਈ ਕੀਮਤ ਨਹੀਂ ਜਾਣ ਦੀ। ਠੀਕ ਹੈ, ਫਿਰ ਇਹਨਾਂ ਲਈ ਵੀ ਤਾਂ ਕੁਛ ਸਰਕਾਰਾਂ ਕਰਨ ਨਾ। ਅਸੀਂ ਤਾਂ ਮੋਦੀ ਸਰਕਾਰ ਨੂੰ ਕਹਿੰਦੇ, ਮੋਦੀ ਕਰ ਸਕਦਾ ਸਭ ਕੁਛ, ਉਹ ਕਰੇ। ਉਹਨਾਂ ਪਰਿਵਾਰਾਂ ਲਈ ਵੀ ਸੋਚੇ, ਜਿੰਨਾ ਕੁ ਬਣਦਾ ਉਹਨਾਂ ਤਾਂ ਜ਼ਰੂਰ ਸੋਚੇ। ਮੈਂ ਤਾਂ ਇਹੋ ਕਹਿਣੀ ਹਾਂ। ਉਹ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਚੱਲ ਹਰ ਇੱਕ ਲਈ ਸੋਚੇ, ਪਰ ਠੀਕ ਹੈ। ਪਰ ਹੁਣ ਜਿਨ੍ਹਾਂ ਦੇ ਘਰ ਵਿਹਲੇ ਹੋ ਗਏ, ਸਾਥੋਂ ਤਾਂ ਕੰਮ ਵੀ ਨਹੀਂ ਹੁੰਦਾ ਵੀ ਅੱਜ ਪਤਾ ਕੀ ਹੋਊਗਾ, ਅੱਜ ਤੁਸੀਂ ਆ ਕੇ ਗਏ ਹੋ ਸ਼ਾਮ ਨੂੰ, ਬਸ ਮੇਰਾ ਬਲੱਡ ਪ੍ਰੈਸ਼ਰ ਡਾਊਨ ਹੋਣਾ ਹੀ ਹੋਣਾ। ਹਾਂ, ਕੱਲ੍ਹ ਆਏ ਸੀ, ਕੱਲ੍ਹ ਵੀ ਇਹੀ ਹਾਲ ਹੋਇਆ ਮੇਰਾ। ਠੀਕ ਹੈ, ਕਿਉਂ? ਫਿਰ ਉਹ ਯਾਦ ਉੱਥੇ ਹੀ ਤਾਰ ਵੱਜਦੀ ਹੈ 24 ਘੰਟੇ। ਤਾਂ ਕਦੇ ਵੀ ਨਹੀਂ ਤੁਸੀਂ ਭੁੱਲ ਸਕਦੇ ਜੇ ਇਹ ਤੁਹਾਡੇ ਜ਼ਖਮ ਕਦੇ ਨਹੀਂ ਭਰ ਸਕਦੇ। ਨਹੀਂ, ਫਿਰ ਆਥਣੇ ਤਕਲੀਫ ਆ, ਉਹ ਮੈਨੂੰ ਪਤਾ। ਠੀਕ ਹੈ, ਸਵੇਰੇ ਤਾਂ ਚੱਲ ਆਪਾਂ ਰਾਤ ਨੂੰ ਸੌਂ ਜਾਂਦੇ ਹਾਂ ਨਾ, ਥੋੜ੍ਹਾ ਜਿਹਾ ਮਨ ਸ਼ਾਂਤ ਹੋ ਜਾਂਦਾ। ਸਵੇਰੇ ਉੱਠ ਕੇ ਆਪਾਂ 2 ਘੰਟੇ 3 ਕੰਮ ਕਰ ਲੈਂਦੇ। ਫਿਰ ਇੱਦੋਂ ਬਾਅਦ ਬੜੀ ਮੁਸ਼ਕਿਲ ਹੋ ਗਈ ਮੈਨੂੰ। ਬਿਲਕੁਲ, ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੁਸਕਰਾਉਂਦਾ ਚਿਹਰਾ ਦੱਸ ਰਹੇ ਸਨ ਬੀਬੀ ਜੀ ਕਿ ਇਹ ਜਿਹੜੀ ਫੋਟੋ ਮਨਪ੍ਰੀਤ ਦੀ
ਹੈ ਇਹ ਸਿਰਫ 10 ਕੁ ਦਿਨ ਪਹਿਲਾਂ ਖਿਚਵਾਈ ਗਈ ਫੋਟੋ ਸੀ, ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਮਾਪਿਆਂ ਨੇ ਸੋਚਿਆ ਹੋਣਾ ਕਿ ਉਹਨਾਂ ਦਾ ਬੱਚਾ ਇਸ ਤਰ੍ਹਾਂ ਉਹਨਾਂ ਨੂੰ ਵਿਛੋੜਾ ਦੇ ਜਾਏਗਾ। ਤੇ ਘਰ ਜਿਹੜਾ ਹੈ ਮਨਪ੍ਰੀਤ ਦਾ ਅੱਜ ਖਾਲੀ ਹੈ, ਕਿਉਂਕਿ ਮਨਪ੍ਰੀਤ ਇਕਲੌਤੇ ਬੱਚੇ ਸਨ ਆਪਣੇ ਮਾਂ-ਬਾਪ ਦੇ, ਅਤੇ ਕਿਸਾਨੀ ਸੰਘਰਸ਼ ਦੇ ਵਿੱਚ ਉਹ ਪਹਿਲੇ ਦਿਨ ਤੋਂ ਡਟੇ ਹੋਏ ਸੀਗੇ। ਤੇ ਪਹਿਲੀ ਜਿਹੜੀ ਸ਼ਹਾਦਤ ਹੈ ਜ਼ਿਲ੍ਹਾ ਬਠਿੰਡੇ ਤੋਂ ਮਨਪ੍ਰੀਤ ਸਿੰਘ ਦੀ ਹੋਈ, ਔਰ ਮੋਰਚਾ ਅੱਜ ਭਾਵੇਂ ਫਤਿਹ ਹੋ ਗਿਆ, ਪਰ ਜਿਹੜੀਆਂ ਜਾਨਾਂ ਚਲੀਆਂ ਗਈਆਂ ਉਹ ਕਦੇ ਨਹੀਂ ਵਾਪਸ ਆ ਸਕਦੀਆਂ। ਗੁਹਾਰ ਲਗਾ ਰਿਹਾ ਹੈ ਪਰਿਵਾਰ, ਮਾਂ-ਬਾਪ ਗੁਹਾਰ ਲਗਾ ਰਹੇ ਨੇ ਕਿ ਕੋਈ ਉਹਨਾਂ ਨੂੰ ਭੱਤਾ ਮਿਲੇ, ਕੋਈ ਸ਼ਹੀਦੀ ਭੱਤਾ ਮਿਲੇ ਉਹਨਾਂ ਨੂੰ, ਕਿਉਂਕਿ ਬਜ਼ੁਰਗ ਨੇ। ਤਾਂ ਹੁਣ ਵਾਹੀ ਵੂਹੀ ਆਪ ਹੀ ਕਰਦੇ ਹੋ ਜੀ ਤੁਸੀਂ? ਪਹਿਲਾਂ ਹਾਂਜੀ ਹਾਂਜੀ, ਪਹਿਲਾਂ ਬੇਟਾ ਹੀ ਕੰਮ ਕਰਦਾ ਸੀ। ਹੁਣ ਤਾਂ ਅਸੀਂ ਕਿਸੇ ਨੂੰ ਦਿਹਾੜੀ ਦਹੂੜੀ ਦੇ ਕੇ ਕਰਾਉਣੇ, ਫਿਰ ਹੁਣ ਕਣਕ ਕਿੱਥੋਂ ਲਿਆਵਾਂਗੇ ਖਾਣ ਨੂੰ? ਕੌਣ ਦੇ ਦੂ ਮੰਗਿਆ? ਕੌਣ ਦਿੰਦਾ ਕਿਸੇ ਨੂੰ ਮੰਗਿਆ? ਅੱਜ ਤਾਂ ਆਪਦੇ ਵੀ ਮੂੰਹ ਮੁੜ ਜਾਂਦੇ ਨੇ, ਠੀਕ ਹੈ, ਆਪਦੇ ਵੀ ਐਂ ਕਹਿੰਦੇ ਨੇ ਫਿਰ ਵੀ ਅਸੀਂ ਇਹਨਾਂ ਨੂੰ ਲੁੱਟ ਲਈਏ, ਠੀਕ ਹੈ। ਇੱਥੋਂ ਤੱਕ ਅਗਲੇ ਦੀ ਸੋਚ ਬਣ ਜਾਂਦੀ ਵੀ ਹੁਣ ਤਾਂ ਮਜਬੂਰ ਨੇ। ਫਿਰ ਇਸ ਮਜਬੂਰੀ ਦਾ ਫਾਇਦਾ ਹਰੇਕ ਬੰਦਾ ਉਠਾਉਂਦਾ, ਵੀ ਮੈਂ ਨਹੀਂ ਕਹਿੰਦੀ ਵੀ ਕੋਈ ਨਹੀਂ ਉਠਾਊਗਾ, ਹਰੇਕ ਉਠਾਉਂਦਾ ਵੀ ਇਹ ਤਾਂ ਮਜਬੂਰ ਨੇ, ਇਹਨਾਂ ਨੂੰ ਖਾ ਲਓ। ਪਰ ਹੁਣ ਉੱਥੇ ਅਸੀਂ ਤਾਂ ਪੈਸੇ ਦੇ ਕੇ ਕੰਮ ਕਰਵਾਉਣੇ ਆ। ਹੁਣ ਅਸੀਂ 60,000 ਰੁਪਇਆ ਦਿੱਤਾ ਹੈ, 1,000 2,000 ਕਰ ਕਰਕੇ ਵਿੱਚੋਂ ਕਦੇ 10 ਦਿਨਾਂ ਬਾਅਦ 1000 ਦਿੱਤਾ, ਕਦੇ 3,000 ਦਿੱਤਾ। ਫਿਰ ਹੁਣ ਭਾਈ ਖੇਤ ਕੰਮ ਖਰਾਬ ਹੁੰਦਾ, ਫਸਲ ਖਰਾਬ ਹੁੰਦੀ ਸਾਰੀ, ਉਧਰ ਵੀ ਕੀ ਕਰੀਏ, ਮਜਬੂਰੀ ਹੈ ਸਾਡੀ ਵੀ। ਪਾਣੀ ਅਸੀਂ ਕਿਸੇ ਤੋਂ ਮੁੱਲ ਵਾਂਗੂ ਲਾਉਨੇ, ਜਿਹੜਾ ਖੇਤ 'ਚ ਪਾਣੀ ਲਾਉਣੇ, ਸਾਡੇ ਕੋਈ ਪ੍ਰਬੰਧ ਨਹੀਂ। ਅਸੀਂ ਹੁਣ ਜੋ ਵੀ ਸਾਨੂੰ ਇਹ ਪੈਸੇ ਮਿਲੇ ਸੀ ਸਰਕਾਰ ਦੇ, ਅਸੀਂ ਉਹਦੇ 'ਚ 2 ਲੱਖ ਦਾ ਬੋਰ ਕੀਤਾ ਉੱਥੇ, 2 ਲੱਖ ਰੁਪਇਆ ਲਾ ਕੇ, ਹਾਲੇ ਲੇਬਰ ਉੱਤੇ ਪੈ ਗਈ। ਫਿਰ ਉੱਥੇ ਅੰਦਰ ਹੁਣ ਕਿਉਂ ਤਾਰਾਂ ਨੇ, ਲੋਕ ਉਹ ਲਾ ਕੇ ਲੈ ਜਾਂਦੇ ਆ। ਫਿਰ ਉੱਥੇ ਤਾਰ ਦਾ ਪ੍ਰਬੰਧ ਕਰਨ ਵਾਸਤੇ ਲੱਖ ਰੁਪਇਆ ਉੱਥੇ ਇੱਕ ਕਮਰਾ ਬਣਾਉਣ ਤੇ ਲਾਇਆ, ਉੱਥੇ ਸਭ ਕੁਛ ਲਾ ਕੇ ਲੈ ਜਾਣਗੇ। ਫਿਰ ਉਹ ਕੀ ਕਰਾਂਗੇ ਅਸੀਂ? ਕਿੱਥੋਂ ਫਿਰ ਦੁਬਾਰਾ ਕਿੱਥੋਂ ਲਿਆਵਾਂਗੇ ਅਸੀਂ? ਉੱਥੇ ਚੋਰਾਂ ਦਾ ਇਹ ਕੰਮ ਹੈ। ਤੇ ਫਿਰ ਅਸੀਂ ਤਾਂ ਉੱਧਰ ਲਾ ਗਏ, ਵਿੱਚ ਦੀ ਅਸੀਂ ਬਿਮਾਰ ਹੋ ਜਾਂਦੇ ਹਾਂ। ਹੁਣ 10-10 ਹਜ਼ਾਰ ਰੁਪਇਆ ਡਾਕਟਰ ਦਾ ਪਿੰਡ ਵਾਲੇ ਦਾ ਦਿੰਦੇ ਅਸੀਂ, ਹਾਲੇ ਜਿਹੜੀ ਬਾਹਰੋਂ ਦਵਾਈ ਲਿਆਵਾਂਗੇ ਉਹ ਤਾਂ ਅੱਡ ਲਿਆਵਾਂਗੇ। ਹੁਣ ਹੱਥ ਨੇ ਫਿਰ ਦਵਾਈ ਲੈ ਕੇ ਆਉਣੀ ਪਊ ਮੈਨੂੰ, ਫਿਰ ਜਾ ਕੇ ਮੇਰਾ ਸਰੀਰ ਸੈੱਟ ਹੋਊਗਾ। ਬਿਲਕੁਲ। ਤਾਂ ਹੁਣ ਤੈਨੂੰ ਪਤਾ ਤੜਕੇ ਉੱਠ ਕੇ ਕੰਮ ਕਰਾਂਗੇ ਉਹਦਾ, ਫਿਰ ਅਸੀਂ ਰੋਟੀ ਖਾਵਾਂਗੇ, ਉਹਦੀ ਬਣਾਵਾਂਗੇ, ਫਿਰ ਹੀ ਖਾਵਾਂਗੇ ਨਾ। ਕੋਈ ਸਾਨੂੰ ਕਰਕੇ ਤਾਂ ਸਾਡੇ, ਅਸੀਂ ਨੌਕਰ ਤਾਂ ਕੋਈ ਰੱਖ ਨਹੀਂ ਸਕਦੇ। ਐਡਾ ਸਾਡੇ ਕੋਲੇ ਕੋਈ ਗੁੰਜਾਇਸ਼ ਵੀ ਹੈ ਨਹੀਂ ਵੀ ਅਸੀਂ ਕਿਸੇ ਨੌਕਰ ਨੂੰ ਪੈਸੇ ਦੇ ਦਾਂਗੇ, ਹੈ ਨਾ। ਫਿਰ ਸਾਨੂੰ ਤਾਂ ਭਾਈ ਚਾਹੇ ਡਿੱਗਦੇ ਹਾਂ, ਢਹਿੰਦੇ ਹਾਂ, ਕੁਛ ਵੀ, ਦਵਾਈ ਲੈ ਕੇ ਕੰਮ ਕਰੀਏ, ਕਿਵੇਂ ਮਰਜ਼ੀ ਕਰੀਏ, ਉਹਦਾ ਢਿੱਡ ਭਰਨ ਵਾਸਤੇ ਸਾਨੂੰ ਖੁਦ ਹੀ ਕੰਮ ਕਰਨਾ ਪਊ, ਸਾਰਾ ਖੁਦ ਕਰਨਾ ਪਊ, ਠੀਕ ਹੈ। ਹਾਂ, ਪਸ਼ੂ ਵੀ ਸਾਹਮਣੇ, ਉਹ ਵੀ ਆਪ ਹੀ ਸਾਂਭਾਂਗੇ ਅਸੀਂ, ਸਾਰਾ ਕੰਮ ਮੈਂ ਆਪ ਹੀ ਕਰੂੰ। ਫਿਰ ਇਹ ਆਪ ਕਰਦੇ ਵਿੱਚ ਤਾਂ ਦੇਖੋ ਤੁਹਾਨੂੰ ਆਰਾਮ ਦੀ ਲੋੜ ਸੀਗੀ, ਹਾਂ। ਤੇ ਫਿਰ ਅਸੀਂ ਸਾਰਾ ਦਿਨ ਮਿਹਨਤ ਕਰਦੇ ਹਾਂ, 2 ਰੋਟੀਆਂ ਵਾਸਤੇ, ਢਿੱਡ ਪਾਲਣ ਵਾਸਤੇ ਮਿਹਨਤ ਕਰਨੀ ਪੈਂਦੀ ਨਾ, ਉਹਦਾ ਮੁੱਲ ਵੀ ਨਹੀਂ ਪੈਂਦਾ। ਫਿਰ ਹੁਣ ਕੀ ਕਹਿ ਸਕਦੇ? ਕੁਛ ਨਹੀਂ ਕਹਿ ਸਕਦੇ, ਮਜਬੂਰ ਆ ਨਾ। ਹੁਣ ਸਾਹ ਮੁੱਕਦੇ ਆ, ਜੇ ਮੁੱਕ ਜਾਣ ਫਿਰ ਵੀ ਠੀਕ ਹੈ, ਇਹ ਮੁੱਕਦੇ ਨਹੀਂ ਨਾ, ਕਿੰਨੇ ਮਰਜ਼ੀ। ਤਿਆਰੀਆਂ ਸੀ ਵਿਆਹ ਦੀਆਂ ਤਿਆਰੀਆਂ। ਤੁਸੀਂ ਕਹਿ ਰਹੇ ਸੀ ਵੀ ਕੁੜੀ ਦੀ ਫੋਟੋ ਵੀ ਉੱਥੇ ਮੋਰਚੇ ਦੇ ਵਿੱਚ ਮੰਗਾਈ ਸੀਗੀ, ਵੀ ਮੈਨੂੰ ਮੋਬਾਈਲ ਤੇ ਭੇਜ ਦਿਓ। ਹਾਂ ਮੰਗਾਈ ਸੀ। ਹੁਣ ਉਹਦੇ ਮੋਬਾਈਲ ਦੇ ਵਿੱਚੋਂ ਸਭ ਕੁਝ ਰੀਸੈਟ ਹੋ ਗਿਆ। ਉਦੋਂ ਬਾਅਦ 'ਚ ਉਹਦਾ ਜਿਹੜਾ ਮੋਬਾਈਲ ਸੀ ਨਾ, ਲੌਕ ਸੀਗਾ। ਫਿਰ ਅਸੀਂ ਲੌਕ ਖੁਲਵਾਉਣ ਵਾਸਤੇ ਦੇਖਿਆ, ਨਹੀਂ ਮੈਂ ਤੁਹਾਨੂੰ ਦਿਖਾ ਵੀ ਦਿੰਦੀ, ਕੁੜੀ ਦੀਆਂ ਫੋਟੋਆਂ ਦੇ ਵਿੱਚ ਆਈਆਂ ਨਹੀਂ ਗਈਆਂ। ਉਹਨੇ ਫੋਟੋ ਦੇਖ ਕੇ ਕਹਿਤਾ ਸੀ ਵੀ ਠੀਕ ਹੈ। ਕੁੜੀ ਇਹਦੇ ਵਾਂਗੂ, ਜਿਵੇਂ ਇਹ ਲੰਬਾ ਸੀ, ਕੁੜੀ ਵੀ ਲੰਬੀ ਸੀ, ਕੱਦ ਕਾਠ ਸੋਹਣਾ ਸੀ, ਕੁੜੀ ਸੁਨੱਖੀ ਸੀ। ਚੱਲ ਅਸੀਂ ਇਹੋ ਕਹਿਤਾ ਸੀ, ਅਸੀਂ ਕੁਛ ਨਹੀਂ ਲੈਂਦੇ। ਇਹ ਕਹਿੰਦਾ ਪਸੰਦ ਆ ਮੈਨੂੰ, ਇਹਨੂੰ ਫੋਟੋ ਭੇਜਤੀ ਸੀ ਉਹਦੀ, ਬਸ ਕਹਿੰਦਾ ਠੀਕ ਹੈ। ਜਿਵੇਂ ਇਹਦਾ ਕੱਦ ਸੀ ਐਵੇਂ ਕੁੜੀ ਦਾ ਕੱਦ ਸੀ। ਇਹ ਤਾਂ ਉਹਦੇ ਡੈਡੀ ਨਾਲ ਇੱਕ ਗਿੱਠ ਉੱਚਾ ਸੀਗਾ। ਬਿਲਕੁਲ। ਤਾਂ ਬਹੁਤ ਇਹਨਾਂ ਦੀ ਜਿਹੜੀ ਦੁੱਖ ਭਰੀ ਦਾਸਤਾਂ ਹੈ ਇਸ ਪਰਿਵਾਰ ਦੀ। ਮਨਪ੍ਰੀਤ ਇਹਨਾਂ ਦਾ ਇਕਲੌਤਾ ਬੱਚਾ, ਜੋ ਕਿਸਾਨੀ ਮੋਰਚੇ ਦੇ ਵਿੱਚ ਜ਼ਿਲ੍ਹਾ ਬਠਿੰਡੇ ਤੋਂ ਪਹਿਲੇ ਸ਼ਹੀਦ ਸੀ ਮਨਪ੍ਰੀਤ, ਔਰ ਕੁਝ ਸਮਾਂ ਬਾਅਦ ਜਿਹੜਾ ਸੀ ਇਹਨਾਂ ਦਾ ਵਿਆਹ ਰੱਖਿਆ ਗਿਆ ਸੀ। ਅੱਜ ਮਾਂ-ਬਾਪ ਨੇ ਇਕੱਲੇ ਰਹਿ ਗਏ ਨੇ। ਮਾਂ-ਬਾਪ ਹੱਥਾਂ ਦੇ ਵਿੱਚ ਸਿਰਫ ਨੌਜਵਾਨ ਪੁੱਤ ਦੀ ਤਸਵੀਰ ਹੈ। ਗੁਜ਼ਾਰਿਸ਼ ਕਰਨੇ ਨੇ ਸਰਕਾਰਾਂ ਤੋਂ ਕਿ ਕੋਈ ਇਹਨਾਂ ਨੂੰ ਸ਼ਹੀਦੀ ਭੱਤਾ ਲਗਾਇਆ ਜਾਵੇ, ਕਿਸੇ ਤਰ੍ਹਾਂ ਦੀ ਜਿਹੜੀ ਹੈ ਮਾਲੀ ਸਹਾਇਤਾ ਇਹਨਾਂ ਦੀ ਕੀਤੀ ਜਾਵੇ। ਪਿੰਡ ਮੰਡੀ ਕਲਾਂ ਤੋਂ ਪ੍ਰੋ ਪੰਜਾਬ ਟੀਵੀ ਦੇ ਲਈ ਆਕਾਂक्षा ਸਕਸੈਨਾ। ਪੰਜਾਬ ਜਿੰਨੀ ਵਾਰੀ ਵੀ ਹਾਰਿਆ ਹੈ, ਆਪਣੇ ਵਰਗੇ ਲੱਗਦੇ ਇਹਨਾਂ ਗਦਾਰਾਂ ਕਰਕੇ ਹੀ ਹਾਰਿਆ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ।
ਪਾਪੇ ਮੈਂ ਵੇਖਿਆ ਤੇਰੇ ਪਿੱਛੇ ਕੋਈ ਨਹੀਂ ਲੱਗਦਾ।